ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਪਰਮਵੀਰ ਸਿੰਘ ਔਲਖ ਤੇ ਲੈ ਕੇ ਹਾਜ਼ਰ ਹਾਂ ਗੁੱਡ ਮਾਰਨਿੰਗ ਪੰਜਾਬ ਬੁਲਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੀ ਖਬਰ ਦੇ ਨਾਲ। ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੰਜਾਬ ਪੁਲਿਸ ਨੇ ਦੋ ਲੋੜੀਂਦੇ ਗੈਂਗਸਟਰ ਜੋ ਸੀਗੇ ਉਹ ਮੁੱਠਭੇੜ ਦੇ ਵਿੱਚ ਢੇਰ ਹੋ ਗਏ ਨੇ। ਪੱਛਮੀ ਬੰਗਾਲ 'ਚ ਇਹਨਾਂ ਨੂੰ ਢੇਰ ਕੀਤਾ ਗਿਆ। ਕੋਲਕਾਤਾ ਦੇ ਨਿਊ ਟਾਊਨ ਇਲਾਕੇ 'ਚ ਪੱਛਮੀ ਬੰਗਾਲ ਦੀ STF ਟੀਮ ਨੇ ਪੰਜਾਬ ਪੁਲਿਸ ਦੀ ਸੂਚਨਾ ਤੇ ਇਹ ਆਪਰੇਸ਼ਨ ਜੋ ਹੈ ਕੀਤਾ। ਆਪਰੇਸ਼ਨ ਦੌਰਾਨ ਗੈਂਗਸਟਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੌਰਾਨ ਦੋਵੇਂ ਗੈਂਗਸਟਰ ਢੇਰ ਹੋ ਗਏ। ਤੇ ਗੱਲ ਕਰਦੇ ਹਾਂ ਪੰਜਾਬ ਦੇ DGP ਦੀ। ਪੰਜਾਬ ਦੇ DGP ਦਿਨਕਰ ਗੁਪਤਾ ਨੇ ਇਸ ਸੰਬੰਧੀ ਵੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬੀਤੇ ਮਹੀਨੇ ਲੁਧਿਆਣਾ ਤੇ ਜਗਰਾਓਂ ਵਿਖੇ ਪੁਲਿਸ ਟੀਮ ਤੇ ਹਮਲੇ ਹੋਏ ਸਨ, ਜਿਸ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਲਈ ਵੱਡਾ ਆਪਰੇਸ਼ਨ ਜੈਕ ਚਲਾਇਆ ਗਿਆ ਸੀਗਾ। DGP ਨੇ ਕਿਹਾ ਕਿ ਗਵਾਲੀਅਰ ਤੋਂ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋਈ ਸੀ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਈ ਅਹਿਮ ਖੁਲਾਸੇ ਵੀ ਹੋਏ। ਇਸ ਤੋਂ ਬਾਅਦ ਪੁਲਿਸ ਨੇ ਆਪਰੇਸ਼ਨ ਤੇਜ਼ ਕੀਤਾ ਤਾਂ ਜਾਣਕਾਰੀ ਮਿਲੀ ਕਿ ਮੁਲਜ਼ਮ ਜੋ ਸੀਗੇ ਉਹ ਪੱਛਮੀ ਬੰਗਾਲ 'ਚ ਹਨ, ਜਿਸ ਤੋਂ ਬਾਅਦ ਇਸ ਬਾਬਤ ਪੱਛਮੀ ਬੰਗਾਲ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ STF ਵੱਲੋਂ ਗੈਂਗਸਟਰਾਂ ਦੀ ਗ੍ਰਿਫਤਾਰੀ ਲਈ ਪਹਿਲਾਂ ਰੇਕੀ ਕੀਤੀ ਗਈ ਤੇ ਫਿਰ ਜਦੋਂ ਉਹਨਾਂ ਨੂੰ ਕਾਬੂ ਕਰਨ ਗਏ ਤਾਂ ਗੈਂਗਸਟਰਾਂ ਨੇ ਅੱਗੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋਵੇਂ ਗੈਂਗਸਟਰ ਮੌਕੇ ਤੇ ਢੇਰ ਹੋ ਗਏ। ਪੰਜਾਬ ਦੇ ਦੋ ਨਾਮੀ ਗੈਂਗਸਟਰ ਢੇਰ। ਕੋਲਕਾਤਾ ਵਿੱਚ ਜੁਆਇੰਟ ਆਪਰੇਸ਼ਨ। ਜੈਪਾਲ ਭੁੱਲਰ ਤੇ ਜਸਪਾਲ ਜੱਸੀ ਦਾ ਖੇਡ ਕੀਤਾ ਖਤਮ। ਮੌਕੇ ਤੇ ਮਾਰੂ ਹਥਿਆਰ ਤੇ ਧਮਾਕਾ ਖੇਜ ਸਮੱਗਰੀ ਬਰਾਮਦ। ਨਾਮ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ, ਦੋ ASIਆਂ ਦਾ ਕਤਲ। ਥਾਂ ਤੇ ਪੰਜਾਬ ਦੇ ਵਿੱਚ ਛਾਪੇਮਾਰੀ ਤੇ ਕਲਕੱਤਾ ਵਿੱਚ ਦੋਹਾਂ ਨੂੰ ਢੇਰ ਕਰ ਦਿੱਤਾ ਗਿਆ। ਪੰਜਾਬ ਪੁਲਿਸ ਤੇ STF ਦਾ ਸਾਂਝਾ ਆਪਰੇਸ਼ਨ ਉਸ ਵੇਲੇ ਹੋਇਆ ਜਦੋਂ ਪੰਜਾਬ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਗੈਂਗਸਟਰ ਕੋਲਕਾਤਾ ਵਿੱਚ ਰਹਿ ਰਹੇ ਨੇ। ਦੋ ਸੂਬਿਆਂ ਦੀ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਵੱਡੇ ਪੱਧਰ ਤੇ ਕਾਰਵਾਈ ਕਰ ਦਿੱਤੀ ਗਈ। We are trying to investigate. We are in touch with Punjab Police. Their team is also come, so we will interact with them. कैसे किया गया ये ऑपरेशन? ये STF वेस्ट बंगाल की तरफ से। पंजाब पुलिस ने इनके ऊपर 10 लाख रुपए और 5 लाख रुपए का इनाम घोषित किया हुआ है। उनकी आइडेंटिटी भी उन्होंने हमसे कंफर्म की है। नहीं, पंजाब पुलिस ने, ये इन्वेस्टिगेशन बंगाल में ही होगा। फायरिंग का केस है, पुलिस फायरिंग का केस है, तो उसके लिए जो कुछ प्रिकॉशन, जो कुछ प्रोसीजर है उसके बेसिस पे इसका इन्वेस्टिगेशन यहाँ पे होगा। ਬੀਤੇ ਕੁਝ ਦਿਨ ਪਹਿਲਾਂ ਜੈਪਾਲ ਭੁੱਲਰ ਅਤੇ ਇਸ ਦੇ ਸਾਥੀਆਂ ਵੱਲੋਂ ਥਾਣੇਦਾਰ ਭਗਵਾਨ ਸਿੰਘ ਤਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਭੁੱਲਰ ਦੇ ਕੋਲਕਾਤਾ ਵਿੱਚ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ। ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। DGP ਨੇ ਵੀ ਦੱਸਿਆ ਕਿ ਕਲਕੱਤਾ ਦੀ STF ਟੀਮ ਨੇ ਇਸ ਆਪਰੇਸ਼ਨ ਵਿੱਚ ਉਹਨਾਂ ਦਾ ਸਾਥ ਦਿੱਤਾ। ਦੋਹਾਂ ਨੂੰ ਆਤਮ ਸਮਰਪਣ ਲਈ ਵੀ ਕਿਹਾ ਗਿਆ, पर जवाबी कार्रवाई दौरान दोहां नूं एक कमरे विच ढेर कर दिया गया। तो वो स्पेसिफिक इनपुट शेयर करी गई, उस पर काम किया गया। उनके पास ये भी शेयर किया गया कि इसके पास करीब 5 वेपन हो सकते हैं, तो और बिकॉज जयपाल हमेशा आर्म्ड रहता था, तो वो भी शेयर किया गया। सो उन्होंने टीम इकट्ठी करी, STF की टीम, कलकत्ता STF वेस्ट बंगाल की टीम, और उन्होंने बहुत जब एंटर किया तो उन पर फायरिंग हुई। उसके बाद मुठभेड़ हुई करीब आई थिंक 3:30 बजे के करीब। तो उसमें ये दो वहाँ पे जयपाल सिंह भुल्लर जो फिरोजपुर का रहने वाला था, और इसके अलावा जस्सी जो उसने भी फायरिंग करी थी जगराओं में, जो आज वहाँ पे हुआ। DGP ਦਿਨਕਰ ਗੁਪਤਾ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਕਿ ਇਸ ਆਪਰੇਸ਼ਨ ਤੋਂ ਬਾਅਦ ਨਸ਼ਾ ਸਮਗਲਿੰਗ ਨੈਟਵਰਕ ਵਿੱਚ ਵੱਡੇ ਪੱਧਰ ਤੇ ਰੋਕ लगेगी। सो जो आज का ऑपरेशन हुआ है, इससे मतलब ड्रग स्मगलिंग, हेरोइन स्मगलिंग जो नेटवर्क है उसको भी बिग डेंट टू दैट, एंड बिकॉज ये लोग ड्रग स्मगलिंग में, सो दिस इज़ वन ऑफ द बिगेस्ट फिशेज एक्चुअली। तो रिंदा भी पाकिस्तान में है। हैरी चट्ठा हमारा एक आदमी है जो रह गया है, जो आज की डेट में यूरोप में हमें पता लगा है कि एक यूरोपियन कंट्री में है। तो हमारा काम चल रहा है काफ़ी सारा। पीछे हरियाणा पुलिस ने भी एक डिपोर्ट करवाया गैंगस्टर को बाहर से, हांगकांग से एंड ऑल दैट। और भी एक्टिविटी हमारी इस चीज़ पे जारी है।
ਉੱਥੇ ਪੰਜਾਬ ਪੁਲਿਸ ਨੂੰ ਇਨਪੁਟ ਮਿਲੇ ਕਿ ਜੈਪਾਲ ਭੁੱਲਰ ਕਲਕੱਤਾ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ, ਜਿਸ ਤੋਂ ਬਾਅਦ पुलिस ਦੀਆਂ ਟੀਮਾਂ पंजाब ਤੋਂ रवाना हुई। इसकी शादी हुई है वेस्ट बंगाल में, उसके इन-लॉज उधर कलकत्ता में हैं, तो उससे पता लगा, स्पेसिफिक इनपुट्स मिल गई कि फलां फ्लैट में इसने उनके साथ रेंट एग्रीमेंट वगैरह इसी ने वो जगह लेके दी थी जहाँ जिस अपार्टमेंट पे ये लोग कलकत्ता में रह रहे थे। उन्होंने हमें गाड़ी का भी डिटेल्स वगैरह करने के लिए उन्होंने पिछले कई दिनों के साथ हमारे साथ ये काम कर रहे थे, तो ये पता लगा कि वो स्पेसिफिक इनपुट्स जो थी वो एड्रेस शेयर किया गया। ये कोऑपरेटिव सोसाइटी थी, वहाँ सुखो SP सुखो बृष्टि हाउसिंग कोऑपरेटिव सोसाइटी, एक्शन एरिया 3 पुलिस स्टेशन न्यू टाउन कलकत्ता। डीजीपी दिनकर गुप्ता ने जानकारी ये भी दी है कि उन्होंने पहली सफलता 28 मई को मिली, जो ग्वालियर के बाहर डाबरा विचों 2 लोगों को ड्रग्स देते हुए काबू कर लिया गया। को पहली सक्सेस मिली यहाँ पे 28 मई को ग्वालियर में, डाबरा एक सब डिवीज़न है ग्वालियर की, जहाँ पे 2 लोग दर्शन और डाबरा एक सब डिवीज़न है जस्ट ग्वालियर के बाहर, तो वहाँ पे सफलता मिली, जिसमें जो 4 लोग ग्रेन मार्केट में थे 15 मई को, जिन्होंने हमारे 2 ASIs को मारा था, तो उसमें दर्शन और बब्बी जो थे वो लोग उस दिन जयपाल को कपड़े वपड़े देने आए थे और चीज़ें ड्रग्स वगैरह भी तब बरामद हुई थी 15 मई को, तो उन लोगों को वहाँ से पकड़ा गया। एक दस दिए कि गैंगस्टर वालों CIA स्टाफ के 2 SIA का कतल किया गया सी। उस मामले में पंजाब की पुलिस ने इन्हां ते इनाम भी घोषित किया सी। एक I-20 कार ते 2 लोग उस वेले आए जो मंडी दे विच 2 थानेदारां नूं कतल कर दिता गया। ਤੁਹਾਨੂੰ ਦੱਸ ਦਈਏ ਕਿ ਜੈਪਾਲ ਭੁੱਲਰ ਪੁਲਿਸ ਦੇ ਮੋਸਟ ਵਾਂਟਡ ਲਿਸਟ ਵਿੱਚ ਸ਼ਾਮਲ ਸੀ। ਭੁੱਲਰ ਤੇ 50 ਤੋਂ ਵੱਧ ਪਰਚੇ ਦਰਜ ਸੀ। ASI ਕਤਲ ਮਾਮਲੇ ਵਿੱਚ ਪੁਲਿਸ ਨੇ 4 ਦੀ ਪਹਿਚਾਣ ਕੀਤੀ ਸੀ, ਜਿਸ ਵਿੱਚ ਜੈਪਾਲ ਭੁੱਲਰ, ਬਲਜਿੰਦਰ ਸਿੰਘ ਉਰਫ ਬੱਬੀ, ਜਸਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਸ਼ਾਮਲ ਸਨ। ਮੁਲਜ਼ਮਾਂ ਖਿਲਾਫ IPC ਦੀ ਧਾਰਾ 302, 307, 353, 186, 34 ਤੇ ਅਸਲਾ ਐਕਟ ਦੀ ਧਾਰਾ 25-27 ਤਹਿਤ ਪਰਚਾ ਦਰਜ ਕੀਤਾ ਗਿਆ ਸੀ। इस वारदात विच जयपाल भुल्लर का नाम मुख्य तौर पर सामने आया और बाकी गैंगस्टर भी वारदात मौके जयपाल भुल्लर के नाल दसे जा रहे हैं। मुलजमां की गिरफ्तारी लिए पंजाब की पुलिस ने इनाम भी घोषित किया सी। लुधियाना देहाती पुलिस ने इन्हां मुलजमां की तलाश की तस्वीरां जनतक कीतियां सी, जिन्हां दा खात्मा पंजाब अते कलकत्ता पुलिस सांझे ऑपरेशन दौरान कर चुकी है। ब्यूरो रिपोर्ट जी मीडिया। ਤੇ ਗੱਲ ਕਰਾਂਗੇ ਕਿਸਾਨਾਂ ਦੀ। 6 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਨੇ। 11 ਦੌਰ ਦੀ ਗੱਲਬਾਤ ਵੀ ਹੋਈ ਹੈ, ਪਰ ਦੋਵੇਂ ਧਿਰ ਆਪਣੇ ਸਟੈਂਡ ਤੇ ਕਾਇਮ ਨੇ। ਕੇਂਦਰ ਸਰਕਾਰ ਖੁਦ ਕਿਸਾਨ ਹਿਤੈਸ਼ੀ ਦੱਸ ਰਹੀ ਹੈ ਤੇ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੋਣ ਦੀਆਂ ਗੱਲਾਂ ਵੀ ਆਖ ਰਹੀ ਹੈ। ਉਧਰ ਕਿਸਾਨਾਂ ਦੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਨਾਲ ਇੰਜ ਹੀ ਜਾਪ ਰਿਹਾ ਕਿ ਕਿਸਾਨ ਵੀ ਗੱਲਬਾਤ ਚਾਹੁੰਦੇ ਨੇ, ਪਰ ਸਵਾਲ ਇਹ ਹੈ ਕਿ ਜੇਕਰ ਦੋਵੇਂ ਧਿਰ ਮੁੜ ਸੰਵਾਦ ਦੇ ਰਾਹ ਤੇ ਤੁਰ ਪਏ ਨੇ ਤਾਂ ਫਿਰ ਆਖਰ ਰੇੜਕਾ ਕਿਸ ਗੱਲ ਦਾ ਹੈ। ਲੋਕ ਸਭਾ ਤੇ ਫਿਰ ਰਾਜ ਸਭਾ ਖੇਤੀ ਕਾਨੂੰਨ ਪਾਸ ਹੋਣ ਤੋਂ ਬਾਅਦ ਹਾਲਾਂਕਿ ਸੁਪਰੀਮ ਕੋਰਟ ਨੇ ਕਾਨੂੰਨ ਨੂੰ ਹੋਲਡ ਕਰ ਵਿਚਾਰ ਅਧੀਨ ਰੱਖਿਆ, ਪਰ ਸੜਕਾਂ ਤੋਂ ਅੰਦੋਲਨ ਸ਼ੁਰੂ ਹੋਏ ਨੂੰ 6 ਮਹੀਨੇ ਤੱਕ ਦਾ ਵਕਤ ਹੋ ਚੁੱਕਿਆ ਹੈ। ਹਾਲੇ ਤੱਕ 11 ਗੇੜ ਦੀ ਬੈਠਕ, ਪਰ ਰੇੜਕਾ ਹਾਲੇ ਵੀ ਬਰਕਰਾਰ। ਅਜਿਹੇ ਵਿੱਚ ਹੁਣ ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਤੋਂ ਇਲਾਵਾ और सारे पक्षों से गलबात करने तैयार बैठी है। जब किसान चर्चा करना चाहेंगे, भारत सरकार तैयार चर्चा के लिए रहेगी, लेकिन हमने बार बार कहा है कि प्रावधान में आपत्ति है, वो आपत्ति तर्क के साथ आप बताइए, हम सम्मान सुनेंगे भी और उसका निराकरण भी करेंगे। केंद्र ने हमेशा किसानों के भले लिए काम किया है। असी किसानों नाल हमेशा गलबात लिए तैयार हाँ। यूनियन खेती कानून तो इलावा होर विकल्पां ते विचार करना, सरकार किसानां नाल गलबात करने लई तैयार बैठे ने। BKU एकता उग्राहां ने केंद्र के सद्दे नूं कबूलिया, नाल ये भी कहा कि शर्तां नाल मीटिंग करने का कोई लाभ नहीं होवेगा। इस करके जदों भी न्योता आऊ, जदों भी चिट्ठी आऊगी, किसान बथेरियां जाणगियां, उत्थे मीटिंग च की निपटदा वक्री विषय, क्योंकि बिना शर्त जिहड़ी हैगी मीटिंग की चिट्ठी होनी चाहिए है, फिर गलबात लई जिहड़ा हैगा जाया जा सकदा, फिर ही कोई समझौता हो सकदा हैगा। जे पहला ही शर्तां लातियां फिर ना तां मीटिंग जाण दा फायदा, ना ही कोई समझौता। गलबात का गड्ढा अगे रुड़िया
ਤਾਂ ਪੰਜਾਬ ਦੀਆਂ ਸਿਆਸੀ ਜਮਾਤਾਂ ਦੇ ਬਿਆਨ ਵੀ ਸਾਹਮਣੇ ਆਏ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਟਵੀਟ ਆਇਆ, ਸੂਬੇ ਤੇ ਕੇਂਦਰ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਕਿ 500 ਕਿਸਾਨ ਆਪਣੇ ਅਧਿਕਾਰਾਂ ਲਈ ਕੁਰਬਾਨ ਹੋ ਚੁੱਕੇ ਨੇ। ਉਹ ਗੱਲ ਤੇ ਆ ਕੇ ਗੱਲ ਅੜ ਜਾਂਦੀ ਹੈ ਕਿ ਉਹ ਚਾਹੁੰਦੇ ਆ ਕਿ ਕਾਨੂੰਨ ਵਾਪਸ ਲਓ, ਤੇ ਤੁਸੀਂ ਉਹਨਾਂ ਨੂੰ ਫੇਰ ਪੇਸ਼ਕਸ਼ ਕਰ ਰਹੇ ਹੋ ਇਹ ਕਹਿ ਕੇ ਕਿ ਇਹ ਵਾਪਸ ਨਹੀਂ ਹੋਣੇ, ਤੇ ਜਵਾਬ ਪਹਿਲਾਂ ਦੇ ਜਾਂਦੇ ਹੋ ਤੇ ਮੀਟਿੰਗ ਦਾ ਸੱਦਾ ਵੀ ਦੇ, ਤੁਸੀਂ ਸੱਦਾ ਵੀ ਦੇ ਜਾਂਦੇ ਹੋ, ਨਾਲ ਕਹੀ ਜਾਂਦੇ ਵੀ ਆਓ ਵੀ ਨਾ। ਇਹ ਇਸ ਤਰ੍ਹਾਂ ਦਾ ਅਜੀਬ ਇਨਵੀਟੇਸ਼ਨ ਭੇਜਣ ਦੀ ਕੀ ਲੋੜ? ਖੇਤੀ ਕਾਨੂੰਨ ਸਣੇ ਕਈ ਮੁੱਦਿਆਂ ਤੇ ਕਾਂਗਰਸ ਵੀ ਕੇਂਦਰ ਤੇ ਨਿਸ਼ਾਨਾ ਸਾਧ ਰਹੀ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਕੇਂਦਰ ਨੇ ਵਿਤਕਰਾ ਕੀਤਾ ਹੈ। ਸਾਡਾ ਵੱਸ ਨਹੀਂ ਚੱਲਦਾ, ਸਾਡੇ ਭਰਾ ਉੱਥੇ ਬੈਠੇ ਨੇ, ਅਸੀਂ ਤਾਂ ਉਹਨਾਂ ਦੀ ਫੁੱਲ ਸਪੋਰਟ ਦੇ ਵਿੱਚ ਬੈਠੇ ਆ। ਸੋ ਇਸ ਕਰਕੇ ਜਿਹੜਾ ਤੋਮਰ ਸਾਹਿਬ ਨੇ ਬਿਆਨ ਦਿੱਤਾ ਹੈ, ਇਹ ਡਿਸੀਜਨ ਹੈ ਗਵਰਨਮੈਂਟ ਦਾ, ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ। ਇਸ ਤੋਂ ਪਹਿਲਾਂ ਸਰਕਾਰ ਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਬੈਠਕ ਹੋ ਚੁੱਕੀ ਹੈ, ਪਰ ਗੱਲਬਾਤ ਕਿਸੇ ਤਣ ਪਤਨ ਲੱਗਦੀ ਨਹੀਂ ਦਿਖਾਈ ਦੇ ਰਹੀ। ਕਿਸਾਨ ਕਾਨੂੰਨ ਨੂੰ ਰੱਦ ਕਰਵਾਉਣ ਤੇ ਅੜੇ ਨੇ, ਜਦਕਿ ਸਰਕਾਰ ਇਕੱਲੀ ਧਾਰਾ ਤੇ ਚਰਚਾ ਕਰਨ ਨੂੰ ਤਿਆਰ ਬੈਠੀ ਹੈ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤੇ ਨਰਿੰਦਰ ਤੋਮਰ ਤੋਂ ਬਾਅਦ ਕੈਬਨਿਟ ਮੰਤਰੀ ਅਰੁਣਾ ਚੌਧਰੀ ਦਾ ਵੀ ਬਿਆਨ ਸਾਹਮਣੇ ਆਇਆ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡਣ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਜੋ ਹੈ ਉਹ ਮੰਨੀ ਜਾਣੀ ਚਾਹੀਦੀ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ 'ਚ ਜੋ ਬੀਜੇਪੀ ਹੈ ਉਸ ਦੇ ਵਿੱਚ ਬਗਾਵਤੀ ਸੁਰ ਵੀ ਉੱਠ ਰਹੇ ਨੇ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਅਨਿਲ ਜੋਸ਼ੀ ਭਾਜਪਾ ਸਾਬਕਾ ਸਿੱਖਿਆ ਮੰਤਰੀ ਰਹੇ ਨੇ, ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਭਾਜਪਾ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ, ਜਿਸ ਤੋਂ ਬਾਅਦ ਬਗਾਵਤੀ ਸੁਰ ਜੋ ਹੈ ਉਹ ਬੀਜੇਪੀ 'ਚ ਉੱਠਣੇ ਸ਼ੁਰੂ ਹੋ ਗਏ ਨੇ। ਉਧਰ ਜੇਕਰ ਗੱਲ ਅਰੁਣਾ ਚੌਧਰੀ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਇੱਕ ਵਾਰ ਕਾਨੂੰਨ ਰੱਦ ਕਰ ਕਿਸਾਨਾਂ ਨਾਲ ਸਲਾਹ ਕਰ ਬਣਾਏ ਜਾਣ ਨਵੇਂ ਕਾਨੂੰਨ। ਪਿਛਲੇ 6 ਮਹੀਨਿਆਂ ਤੋਂ ਸਰਕਾਰ ਤੇ ਕਿਸਾਨਾਂ 'ਚ ਡੈਡਲੌਕ ਬਰਕਰਾਰ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਪਰ ਇੱਕ ਕੰਡੀਸ਼ਨ ਜਿਹੜੀ ਰੱਖੀ ਹੈ ਕਿਸਾਨਾਂ ਨੇ ਕਿ ਬਿੱਲ ਨੇ ਜਿਹੜੇ ਕਾਨੂੰਨ ਬਣ ਚੁੱਕੇ ਨੇ ਉਸ ਨੂੰ ਰਿਪੀਲ ਕਰਨ ਦੀ ਜਿਹੜੀ ਮੰਗ ਕਿਸਾਨ ਕਰ ਰਹੇ ਨੇ ਉਹ ਮੰਗ ਲੈ ਕੇ ਨਾ ਆਉਣ, ਬਾਕੀ ਹਰ ਤਰ੍ਹਾਂ ਦੇ ਸਮਾਧਾਨ ਲਈ ਅਸੀਂ ਤਿਆਰ ਹਾਂ। ਸਾਡੇ ਨਾਲ ਕੈਬਨਿਟ ਮਿਨਿਸਟਰ ਅਰੁਣਾ ਚੌਧਰੀ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇਖਦੇ ਨੇ, ਲੱਗਦਾ ਹੈ ਕਿ ਕੋਈ ਹੱਲ ਨਿਕਲ ਪਾਏਗਾ, ਕਿਉਂਕਿ ਪਹਿਲਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਕਿ ਗੱਲਬਾਤ ਜਿਹੜੀ ਆ ਉਹ ਦੁਬਾਰਾ ਕੀਤੀ ਜਾਵੇ ਕਿਉਂਕਿ ਡੈਡਲੌਕ ਜਿਹੜਾ ਹੈ ਲਗਾਤਾਰ ਜਾਰੀ ਹੈ। ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਨੂੰ ਤਿਆਰ ਹਾਂ। ਮੈਮ, ਲੱਗਦਾ ਹੈ ਕੋਈ ਸੋਲੂਸ਼ਨ ਨਿਕਲ ਪਾਏਗਾ? ਦੇਖੋ, ਮੈਨੂੰ ਲੱਗਦਾ ਕਿ ਪ੍ਰੋਬਲਮ ਇਜ਼ ਬੈਕ ਟੂ ਦ ਸਕੁਆਇਰ ਵਨ। ਜਿਸ ਗੱਲ ਨੂੰ ਲੈ ਕੇ ਕਿਸਾਨ ਇੰਨੀ ਦੇਰ ਦੇ ਸਰਦੀ ਗਰਮੀ ਧੁੱਪ ਮੁਸ਼ਕਿਲਾਂ ਦੇ ਵਿੱਚ ਉੱਥੇ ਬੈਠੇ ਨੇ, ਉਹ ਗੱਲ ਤੇ ਹਜੇ ਵੀ ਉੱਥੇ ਹੀ ਖੜੀ ਹੈ। ਇੰਨੀਆਂ ਮੀਟਿੰਗਸ ਦੇ ਬਾਵਜੂਦ ਗੱਲ ਤੇ ਕਿਤੇ ਸਿਰੇ ਚੜੀ ਨਹੀਂ, ਕਿਉਂਕਿ ਇਹ ਇੱਕ ਈਗੋ ਇਸ਼ੂ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਨੇ ਬਣਾਇਆ ਹੋਇਆ, ਇੱਕ ਅੜੀਅਲ ਜਿਹਾ ਰਵੱਈਆ ਉਹਨਾਂ ਦਾ, ਜਿਹੜਾ ਮੈਂ ਸਮਝਦੀ ਹਾਂ ਕਿ ਜੇ ਉਹਦੇ 'ਚ ਹਰ ਤਰ੍ਹਾਂ ਦੀ ਅਮੈਂਡਮੈਂਟ ਹਰ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਨ ਨੂੰ ਤਿਆਰ ਨੇ ਤੇ ਉਹਨੂੰ ਰਿਪੀਲ ਹੀ ਕਰ ਲੈਣ, ਨਵਾਂ ਕਾਨੂੰਨ ਬਣਾ ਲੈਣ। ਸਾਰੇ ਕਿਸਾਨਾਂ ਦੇ ਨਾਲ ਉਹਨਾਂ ਦੀ ਸਲਾਹ ਲੈ ਕੇ ਜੋ ਚਾਹੁੰਦੇ ਨੇ ਉਹਨਾਂ ਦੀ ਗੱਲ ਸੁਣ ਕੇ ਨਵਾਂ ਕਾਨੂੰਨ ਬਣਾ ਲੈਣ, ਇਹ 'ਚ ਦਿੱਕਤ ਕੀ ਹੈ? ਸੋ ਮੈਂ ਇਸ ਗੱਲ ਦੀ ਪੂਰੀ ਤਰ੍ਹਾਂ ਨਿਖੇਧੀ ਕਰਦੀ ਹਾਂ ਕਿ ਇਹ ਜਿਹੜਾ ਬਿਆਨ ਆਇਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਦਾ, ਇਹ ਬਿਲਕੁਲ ਹੀ ਨਾਜਾਇਜ਼ ਜਾਂ ਗੱਲ ਉਹਨਾਂ ਨੇ ਕੀਤੀ ਹੈ ਜਿਹੜੀ ਕਿ ਬਿਲਕੁਲ ਹੀ ਐਕਸੈਪਟੇਬਲ ਨਹੀਂ ਹੈ। ਮੈਮ, ਤੁਹਾਨੂੰ ਲੱਗਦਾ ਹੈ ਕਿ ਡੈਡਲੌਕ ਜਿਹੜਾ ਹੈ ਉਹ ਕਿਤੇ ਨਾ ਕਿਤੇ ਖਤਮ ਹੋਣਾ ਚਾਹੀਦਾ? 22 ਜਨਵਰੀ ਨੂੰ ਕਿਸਾਨਾਂ ਤੇ ਜਿਹੜੀ ਕੇਂਦਰ ਦੇ ਵਿੱਚ ਆਖਰੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਕਰੀਬ 5-6 ਮਹੀਨੇ ਦਾ ਸਮਾਂ ਜਿਹੜਾ ਬੀਤ ਚੁੱਕਿਆ ਹੈ ਤੇ ਗੱਲਬਾਤ ਹੀ ਨਹੀਂ ਹੋ ਰਹੀ, ਡਾਇਲੋਗ ਜਿਹੜਾ ਉਹ ਸ਼ੁਰੂ ਨਹੀਂ ਹੋ ਰਿਹਾ। ਦੇਖੋ, ਇੱਕ ਕਿਸਮ ਦਾ ਜਿਹੜਾ ਡੈਡਲੌਕ ਕ੍ਰੀਏਟ ਹੋਇਆ ਹੈ, ਇਹ ਸਿਰਫ ਤੇ ਸਿਰਫ ਗਵਰਨਮੈਂਟ ਆਫ ਇੰਡੀਆ ਦੇ ਅੜੀਅਲ ਰਵੱਈਏ ਦੇ ਕਾਰਨ ਹੈ। ਕਿਸਾਨਾਂ ਨੇ ਤੇ ਹੁਣ ਵੀ ਲੈਟਰ ਲਿਖੀ ਹੈ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਤੁਸੀਂ ਟੇਬਲ ਤੇ ਬੈਠੋ ਤੇ ਸਹੀ, ਲੇਕਿਨ ਉਹ ਅਗਰ ਟੇਬਲ ਤੇ ਬੈਠਦੇ ਨੇ ਫਿਰ ਉਹ ਗੱਲ ਉੱਥੇ ਦੀ ਉੱਥੇ ਵਾਪਸ ਆ ਜਾਂਦੀ, ਉਹ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈ। ਸੋ ਮੈਂ ਸਮਝਦੀ ਹਾਂ ਕਿ ਬਹੁਤ ਜਲਦੀ ਇਹਦਾ ਜਿਹੜਾ ਹੱਲ ਹੈ ਇਹ ਕੱਢਣਾ ਚਾਹੀਦਾ, ਇਹਨੂੰ ਹੋਰ ਅੰਦੋਲਨ ਨੂੰ ਲਿੰਗਰ ਔਨ ਨਹੀਂ ਕਰਨਾ ਚਾਹੀਦਾ। ਕਿਸਾਨਾਂ ਦਾ ਵੀ ਕਹਿਣਾ ਹੈ ਕਿ ਯੈਸ ਔਰ ਨੋ ਹੀ ਸਾਡਾ ਹਲੇ ਵੀ, ਭਾਵੇਂ ਅਸੀਂ ਗੱਲਬਾਤ ਲਈ ਚਿੱਠੀ ਲਿਖੀ ਹੈ ਪਰ ਅਸੀਂ ਹਲੇ ਵੀ ਕਹਿ ਰਹੇ ਹਾਂ ਕਿ ਕੇਂਦਰ ਸਰਕਾਰ ਯੈਸ ਜਾਂ ਨੋ 'ਚ ਹੀ ਸਾਨੂੰ ਆਨਸਰ ਦੇਵੇ। ਇਹ ਨੋ ਤੇ ਯੈਸ ਦੇ ਵਿੱਚ ਤਾਂ ਹੀ ਹੈ ਕਿ ਕਿਉਂਕਿ ਉਹ ਯੈਸ ਤੇ ਉਹ ਕਰਨ ਨੂੰ ਤਿਆਰ ਹੀ ਨਹੀਂ ਹੈ। ਸੋ ਨੋ ਤੇ ਸਪਸ਼ਟ ਹੀ ਹੈ। ਹੁਣ ਇਹੀ ਹੈ ਕਿ ਗੱਲਬਾਤ ਬੈਠ ਕੇ ਸੁਲਝਾ ਲੈਣੀ ਚਾਹੀਦੀ ਹੈ, ਇਹਨੂੰ ਮਸਲੇ ਨੂੰ ਹੋਰ ਲੰਬਾ ਨਹੀਂ ਖਿੱਚਣਾ ਚਾਹੀਦਾ। ਆਲਰੇਡੀ ਬਹੁਤ ਟਾਈਮ ਜਿਹੜਾ ਇਹਦੇ ਵਿੱਚ ਲੱਗ ਗਿਆ ਹੈ।
ਨਰਿੰਦਰ ਤੋਮਰ ਜੀ ਇਹ ਵੀ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ। ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਹੈ? ਇਹ ਡਬਲ ਫੇਸਡ ਜਿਹੜੀ ਪੋਲਿਟਿਕਸ ਹੈ ਨਾ, ਇਹਨੂੰ ਛੱਡ ਦੇਣੀ ਚਾਹੀਦੀ ਹੈ। ਜਾਂ ਤੇ ਇੱਕ ਪਾਸੇ ਹੋ ਜਾਣ, ਕਿਉਂਕਿ ਉਹ ਇਹ ਵੀ ਗੱਲ ਕਹਿਣੀ ਕਿ ਕਿਸਾਨਾਂ ਦੇ ਨਾਲ ਆ, ਜਦ ਤੁਸੀਂ ਕਿਸਾਨ ਦੀ ਗੱਲ ਹੀ ਨਹੀਂ ਮੰਨਣ ਨੂੰ ਤਿਆਰ, ਕਿਸਾਨ ਦੇ ਨਾਲ ਬੈਠਣ ਨੂੰ ਤਿਆਰ ਨਹੀਂ ਹੋ, ਤੇ ਫਿਰ ਤੁਸੀਂ ਕਿਸਾਨਾਂ ਦੇ ਹਿੱਤ ਵਿੱਚ ਕਿਵੇਂ ਗੱਲ ਕਰ ਰਹੇ ਹੋ? ਕਿਸਾਨਾਂ ਦੇ ਤੁਸੀਂ ਬਿਲਕੁਲ ਉਲਟ ਗੱਲ ਕਰ ਰਹੇ ਹੋ। ਦਾਰਨਾ ਚੌਧਰੀ ਸਾਫ਼ ਤੌਰ ਤੇ ਹੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਭਾਵੇਂ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਨਣੀਆਂ ਚਾਹੀਦੀਆਂ ਨੇ, ਉਹਦੇ ਵਿੱਚ ਕੋਈ ਕੰਡੀਸ਼ਨਸ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਨਹੀਂ ਲਾਉਣੀ ਚਾਹੀਦੀ। ਕੈਮਰਾਮੈਨ ਅੰਕੁਰ ਯਾਦਵ ਦੇ ਨਾਲ ਨਿਤਿਕਾ ਮਹੇਸ਼, ਪੀਸੀ ਮੀਡੀਆ, ਚੰਡੀਗੜ੍ਹ। ਤੇ ਸਵਾਲ ਇੱਕ ਵੱਡਾ ਇਹ ਖੜਾ ਹੋ ਰਿਹਾ ਹੈ ਕਿ ਆਖਰ ਪੰਜਾਬ ਕਾਂਗਰਸ ਦਾ ਕਲੇਸ਼ ਜੋ ਹੈ ਉਹ ਸੁਲਝੇਗਾ ਜਾਂ ਨਹੀਂ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਕਾਂਗਰਸ 'ਚ ਹੋ ਸਕਦੇ ਹਨ ਵੱਡੇ ਬਦਲਾਅ। ਹਾਈਕਮਾਨ ਦੀ 3 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ ਹੋਈ ਹੈ। ਕੁਝ ਦਿਨਾਂ 'ਚ ਹਾਈਕਮਾਨ ਨੂੰ ਰਿਪੋਰਟ ਸੌਂਪੀ ਜਾਵੇਗੀ। ਇਹ ਕਹਿਣਾ ਹੈ 3 ਮੈਂਬਰੀ ਕਮੇਟੀ ਦਾ। ਖੜਗੇ ਜੋ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ। ਪਾਰਟੀ ਨੂੰ ਮਜ਼ਬੂਤ ਕਰਨ ਲਈ ਮੰਥਨ ਕੀਤਾ ਗਿਆ ਹੈ। ਹਾਈਕਮਾਨ ਵੱਲੋਂ ਲਿਆ ਜਾਵੇਗਾ ਇਸ ਤੇ ਫੈਸਲਾ। ਤੇ ਨਾਲ ਹੀ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੀਐਮ ਕੈਪਟਨ ਦੇ ਨਾਲ ਲਗਾਏ ਜਾ ਸਕਦੇ ਹਨ 2 ਡਿਪਟੀ ਸੀਐਮ। ਇੱਕ ਦਲਿਤ ਆਗੂ ਤੇ ਦੂਜਾ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾ ਸਕਦਾ ਹੈ ਡਿਪਟੀ ਸੀਐਮ। ਸੁਨੀਲ ਜਾਖੜ ਨਾਲ ਵੀ ਥਾਪੇ ਜਾ ਸਕਦੇ ਹਨ 2 ਕਾਰਜਕਾਰੀ ਪ੍ਰਧਾਨ। ਜੋ ਕਲੇਸ਼ ਹੈ ਉਹ ਕੁਰਸੀਆਂ ਦਾ ਹੈ ਤੇ ਕੁਰਸੀਆਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਵਾਅਦਾ ਕੀਤਾ ਜਾ ਸਕਦਾ ਹੈ ਪੰਜਾਬ ਕਾਂਗਰਸ ਦੇ ਵੱਲੋਂ। नहीं, ये सब हल होते हैं। ये इसमें कुछ नहीं, पार्टी को मजबूत बनाने के लिए सब किया जा रहा है और हमारी पार्टी में एकता है और मजबूती के साथ काम करने के लिए किस ढंग से करना, इसके लिए ही बैठा गया कमेटी और वो कमेटी अपने काम कर रही है। हाईकमांड इतनी समर्थ है कि वो निर्णय लेकर पूरा काम ठीक करेगी। रिपोर्ट सर कब सबमिट करेंगे आप लोग? अभी 2-4 दिन में हो जाएगा। हमने जो पॉइंट ऑफ व्यू, जो विचार हमारे माननीय एमएलएज ने और दूसरे गणमान्य लोगों ने, एमपीज ने, हमारे लीडर साहिबान ने रखे थे, वो सब समराइज करके कांग्रेस प्रेसिडेंट को सौंप दिए। वो जो चेयरमैन है हमारी कमेटी के, ये उनके ऊपर छोड़ा है। वो खुद जाकर के दे रहे हैं या कैसे भेजेंगे। जिन हालात में कमेटी बनी है तो हमारा मकसद है कि वो काम हम जल्दी से जल्दी ख़त्म करें, सबको मिलाने वाला, ताकि जो बदमज़गी है या जो एक दूसरे के खिलाफ कोई शिकायत है या कहाँ कोई कमी है, कोई लूप होल है जिसे भरा जा सकता हो, तो उस पर काम कर रहे हैं और वो 1-2 दिन में हम उस काम को पूरा कर देंगे। ਤੇ 2022 ਦੀਆਂ ਤਿਆਰੀਆਂ ਜੋ ਨੇ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ ਪੰਜਾਬ ਕਾਂਗਰਸ ਦੇ ਵੱਲੋਂ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸੰਸਦਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ ਹੈ ਅਤੇ ਕਿਹਾ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਪੰਜਾਬ ਪ੍ਰਤੀ ਉਹਨਾਂ ਦੀ ਸੁਚਾਰੂ ਸੋਚ ਤੇ ਪੂਰਾ ਵਿਸ਼ਵਾਸ ਹੈ ਤੇ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਚੱਲ ਰਹੇ ਮੌਜੂਦਾ ਵਿਕਾਸ ਏਜੰਡਿਆਂ ਨਾਲ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਦੇ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਹਾਸਲ ਹੋਵੇਗੀ। ਇਸ ਦੇ ਨਾਲ ਹੀ ਪਟਿਆਲਾ ਤੋਂ ਸਾਂਸਦ ਪਰਨੀਤ ਕੌਰ, ਖਡੂਰ ਸਾਹਿਬ ਤੋਂ ਸਾਂਸਦ ਜਸਪੀਰ ਸਿੰਘ ਗਿੱਲ ਜੋ ਜਿਨ੍ਹਾਂ ਨੂੰ ਡਿੰਪਾ ਵੀ ਕਿਹਾ ਜਾਂਦਾ ਹੈ, ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ, ਫਤਿਹਗੜ੍ਹ ਸਾਹਿਬ ਤੋਂ ਸਾਂਸਦ ਡਾਕਟਰ ਅਮਰ ਸਿੰਘ ਤੇ ਫਰੀਦਕੋਟ ਤੋਂ ਸਾਂਸਦ ਮੁਹੰਮਦ ਸਦੀਕ ਦੀ ਕੱਲ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਸਾਂਸਦਾਂ ਨੇ ਕਿਹਾ ਹੈ ਕਿ ਉਹ ਇੱਥੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਸੰਬੰਧੀ ਵਿਚਾਰ ਵਟਾਂਦਰਾ ਕਰਨ ਆਏ ਸਨ ਤੇ ਪੰਜਾਬ ਵਾਸੀ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਅਗਲੀ ਵਾਰ ਆਪਣਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ। ਸਾਂਸਦਾਂ ਨੇ ਕਿਹਾ ਕਿ ਆਗਾਮੀ ਚੋਣਾਂ ਕਾਂਗਰਸ ਪਾਰਟੀ ਇਕਜੁੱਟ ਹੈ ਤੇ ਹੋ ਕੇ ਲੜੇਗੀ। ਜੇ ਨਹੀਂ ਵੀ ਇਕਜੁੱਟ ਤਾਂ ਕਲੇਸ਼ ਨੂੰ ਖਤਮ ਕਰਕੇ ਇਕਜੁੱਟ ਹੋ ਕੇ ਲੜੀ ਜਾਵੇਗੀ ਅਗਲੀ ਚੋਣ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਜ਼ਮੀਨੀ ਪੱਧਰ ਤੇ ਵਧੇਰੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ। ਸੋ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ। ਤੁਸੀਂ ਦੇਖਦੇ ਰਹੋ ਜ਼ੀ ਪੰਜਾਬ, ਹਰਿਆਣਾ, ਹਿਮਾਚਲ। ਸਤਿ ਸ਼੍ਰੀ ਅਕਾਲ।